गुरु की संगत आप जी देख रहे हो सिख चैनल। मैं हाँ गुरविंदर सिंह प्रोग्राम लैके हाजिर होया हाँ सिख परवाड़ी। ਬੱਚੇ ਸਾਡਾ ਭਵਿੱਖ ਨੇ। ਹਰ ਮਜ਼ਹਬ ਹਰ ਕੌਮ ਅੱਜ ਇਸ ਕਾਰਜ ਦੇ ਵਿੱਚ ਇਸ ਖੇਤਰ ਦੇ ਵਿੱਚ ਆਪਣਾ ਸਮਾਂ ਲਗਾ ਰਹੀ ਹੈ ਕਿ ਸਾਡਾ ਭਵਿੱਖ ਜਿਹੜਾ ਹੈ ਸਾਡੀ ਕੌਮ ਦਾ ਭਵਿੱਖ ਜਿਹੜਾ ਉਹ ਸੰਵਰ ਜਾਵੇ ਚੰਗਾ ਹੋਵੇ। ਸਾਡਾ ਸੁਨਹਿਰਾ ਭਵਿੱਖ ਕੇਵਲ ਤੇ ਕੇਵਲ ਗੁਰਬਾਣੀ ਦੇ ਉੱਪਰ ਟਿਕਿਆ ਹੋਇਆ ਹੈ। ਜਦੋਂ ਬੱਚਿਆਂ ਨੂੰ ਤੁਸੀਂ ਗੁਰੂ ਦੀ ਮੱਤ ਨਾਲ ਜੋੜਦੇ ਹੋਗੇ ਨਾ ਇਹ ਸੰਸਾਰ ਦੇ ਕਿਸੇ ਕੋਨੇ ਵਿੱਚ ਜਾਣਗੇ ਸਿੱਖੀ ਦੀ ਮਹਿਕ ਖਿਲਾਰਨਗੇ। ਚੇਤੇ ਰੱਖਿਓ ਗੁਰਬਾਣੀ ਦੀ ਵਿਚਾਰਧਾਰਾ ਤੋਂ ਟੁੱਟ ਕੇ ਅੱਜ ਸਾਡੇ ਇਹ ਹਾਲਾਤ ਬਣੇ ਨੇ। ਅਸੀਂ ਬਾਣੀ ਜ਼ਰੂਰ ਪੜ੍ਹ ਰਹੇ ਹਾਂ, ਸੰਗਤ ਕਰ ਰਹੇ ਹਾਂ, ਰਸਮੀ ਪਾਠ ਪੂਜਾ ਕਰ ਰਹੇ ਹਾਂ, ਕਰਵਾ ਰਹੇ ਹਾਂ, ਪਰ ਜੋ ਗੁਰੂ ਦਾ ਸੁਨੇਹਾ ਜੋ ਗੁਰੂ ਦਾ ਮੈਸੇਜ ਹੈ ਉਹਨੂੰ ਅਸੀਂ ਸਮਝ ਨਹੀਂ ਰਹੇ। ਨਾ ਆਪਣੇ ਤੇ ਜੇ ਸਮਝਾਂਗੇ ਨਹੀਂ ਤੇ ਸਾਡੇ ਤੇ ਅਪਲਾਈ ਨਹੀਂ ਅਸੀਂ ਹੋ ਰਿਹਾ, ਕਿਉਂਕਿ ਅਮਲੀ ਜੀਵਨ ਤਾਂ ਬਣੇਗਾ ਜਦੋਂ ਅਸੀਂ ਕਿਸੇ ਗੱਲ ਨੂੰ ਸਮਝਾਂਗੇ। ਮੈਂ ਅਕਸਰ ਕਹਿੰਦਾ ਹੁੰਦਾ ਕਿ ਬੱਚਾ ਜਦੋਂ ਕਲਾਸ ਵਿੱਚ ਪੜ੍ਹਦਾ ਹੈ ਜੇ ਉਹ ਅਧਿਆਪਕ ਦੀ ਟੀਚਰ ਦੀ ਗੱਲ ਧਿਆਨ ਨਾਲ ਸੁਣਦਾ ਤੇ ਜੀਵਨ ਵਿੱਚ ਜ਼ਿੰਦਗੀ ਵਿੱਚ ਸਫਲ ਹੋ ਜਾਂਦਾ, ਇਮਤਿਹਾਨ ਦੇ ਵਿੱਚ ਸਫਲ ਹੋ ਜਾਂਦਾ। ਜੇ ਉਹ ਧਿਆਨ ਨਾਲ ਸੁਣਦਾ ਹੀ ਨਹੀਂ ਤੇ ਉਹ ਕਾਮਯਾਬੀ ਦੇ ਰਸਤੇ ਤੇ ਨਹੀਂ ਪਹੁੰਚ ਸਕੇਗਾ। ਬਸ ਇਹੀ ਹੈ ਮੇਰਾ ਗੁਰੂ ਮੈਨੂੰ ਮੱਤ ਕੀ ਦੇ ਰਿਹਾ, ਮੇਰਾ ਗੁਰੂ ਮੈਨੂੰ ਕਹਿ ਕੀ ਰਿਹਾ, ਕੀ ਸਮਝਾ ਰਿਹਾ, ਕੀ ਮੈਂ ਉਸ ਮੱਤ ਅਨੁਸਾਰ ਚੱਲ ਰਿਹਾ, ਗੁਰੂ ਦੀ ਮੱਤ ਨੂੰ ਅਖਤਿਆਰ ਕਰਕੇ ਮੈਂ ਆਪਣਾ ਜੀਵਨ ਬਤੀਤ ਕਰ ਰਿਹਾ ਕਿ ਨਹੀਂ ਕਰ ਰਿਹਾ। ਇਸ ਚੀਜ਼ ਦਾ ਐਨਾਲਿਸਿਸ ਜ਼ਰੂਰ ਕਰਨਾ ਹੈ। ਗੁਰੂ ਕੇ ਸਿੱਖੋ ਜੋ ਵੀ ਦੇਸ਼ ਵਿਦੇਸ਼ ਵਿੱਚ ਆਪ ਜੀ ਇਸ ਪ੍ਰੋਗਰਾਮ ਨੂੰ ਦੇਖਦੇ ਹੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਗੁਰਬਾਣੀ ਨੂੰ ਆਧਾਰ ਬਣਾਓ। ਕੋਈ ਵੀ ਗੱਲ ਕਿਸੇ ਵੱਲੋਂ ਕਹੀ ਹੋਈ ਨੂੰ ਉਹਨੂੰ ਗੁਰਬਾਣੀ ਦੇ ਆਧਾਰ ਤੇ ਜ਼ਰੂਰ ਟਿਕਾਇਓ ਕਿ ਕੀ ਇਹ ਗੁਰਮਤ ਅਨੁਸਾਰ ਜੋ ਗੱਲ ਕਹੀ ਗਈ ਹੈ ਇਹ ਠੀਕ ਹੈ ਕਿ ਨਹੀਂ ਹੈ, ਤਾਂ ਪਤਾ ਚੱਲੇਗਾ। ਸਤਿਗੁਰ ਅੰਮ੍ਰਿਤ ਕਰੇ ਜੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਕਾਰ। ਗੁਰਮਤ ਨੂੰ ਫੈਲਾਈਏ, ਇਹਦੀ ਖੁਸ਼ਬੂ ਨੂੰ ਫੈਲਾਈਏ। ਸਾਡੇ ਗੁਣਾਂ ਵਿੱਚ ਜਦੋਂ ਸਿੱਖੀ ਪ੍ਰਗਟ ਹੋਵੇਗੀ ਨਾ ਉਦੋਂ ਸਿੱਖੀ ਦਾ ਪ੍ਰਚਾਰ ਹੋਵੇਗਾ। ਅਦਰਵਾਈਜ਼ ਬਹੁਤ ਵੱਡੇ ਇਕੱਠ ਕਰਕੇ ਅਸੀਂ ਜਿਹੜੇ ਇਹ ਸਮਝੀਏ ਕਿ ਗੁਰਮਤ ਦਾ ਪ੍ਰਚਾਰ ਹੋ ਰਿਹਾ ਉਹਦੇ ਚ ਅਸੀਂ ਆਪਣੇ ਆਪ ਨੂੰ ਝੁਕਾ ਕੇ ਦੇਖਣਾ ਕਿ ਮੇਰੇ ਵਿੱਚ ਤਬਦੀਲੀ ਕੀ ਆਈ ਹੈ, ਮੇਰੇ ਸੁਭਾਅ ਵਿੱਚ, ਮੇਰੇ ਵਿਚਾਰਾਂ ਵਿੱਚ ਕੀ ਤਬਦੀਲੀ। ਬਸ ਆਹ ਚੀਜ਼ ਦੇਖਣ ਦੀ ਲੋੜ ਹੈ। ਸਤਿਗੁਰ ਅੰਮ੍ਰਿਤ ਕਰੇ। ਆਓ ਜੀ ਅੱਜ ਦੇ ਪ੍ਰੋਗਰਾਮ ਵਿੱਚ ਜਿਹੜੇ ਬੱਚੇ ਸਾਡੇ ਨਾਲ ਹਾਜ਼ਰ ਨੇ ਮੈਂ ਉਹਨਾਂ ਦੀ ਪਹਿਚਾਣ ਆਪ ਜੀ ਨਾਲ ਕਰਵਾ ਦੇਵਾਂ। ਵੱਖ-ਵੱਖ ਦੇਸ਼ਾਂ ਤੋਂ ਇਹ ਬੱਚੇ ਸਾਡੇ ਨਾਲ ਹਾਜ਼ਰ ਹੁੰਦੇ ਨੇ। ਇੱਕ ਨਿਮਾਣਾ ਜਿਹਾ ਯਤਨ ਹੈ ਕਿ ਗੁਰਬਾਣੀ ਨੂੰ ਸਮਝ ਲਈਏ, ਗੁਰਬਾਣੀ ਦੀ ਵਿਚਾਰਧਾਰਾ ਨੂੰ ਅਪਣਾ ਕੇ ਅਸੀਂ ਉਹੋ ਜਿਹੇ ਬਣੀਏ ਜੋ ਗੁਰੂ ਸਾਡੇ ਵਿੱਚ ਦੇਖਣਾ ਚਾਹੁੰਦਾ। ਸੋ ਸੰਧਿਆ ਕੌਰ ਬੱਚੀ ਬੈਲਜੀਅਮ ਤੋਂ ਮੇਰੇ ਨਾਲ ਹੈ ਔਰ ਅਨਮੋਲ ਪ੍ਰੀਤ ਕੌਰ ਇਹ ਬੱਚੀ ਜਰਮਨੀ ਤੋਂ ਹੈ ਔਰ ਸ਼ਗਨਦੀਪ ਕੌਰ ਬੱਚੀ ਇਹ ਇਟਲੀ ਤੋਂ ਸਾਡੇ ਨਾਲ ਹਾਜ਼ਰ ਨੇ। ਬੜਾ ਮਾਣ ਪ੍ਰਾਪਤ ਹੁੰਦਾ ਕਿ ਸਾਡੀਆਂ ਬੱਚੀਆਂ ਇਸ ਖੇਤਰ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਇਹ ਚੰਗੇ ਪ੍ਰਚਾਰਕ ਬਣਨਗੀਆਂ, ਕਿਸੇ ਅਹੁਦੇ ਤੇ ਕਿਸੇ ਚੰਗੇ ਮੁਕਾਮ ਤੇ ਦੁਨਿਆਵੀ ਤੌਰ ਤੇ ਪਹੁੰਚ ਕੇ ਸਿੱਖੀ ਦੀ ਮਹਿਕ ਨੂੰ ਖਿਲਾਰਨਗੀਆਂ। ਇਹ ਸਾਡੀ ਗੁਰੂ ਅਗੇ ਅਰਦਾਸ ਹੈ, ਤੁਸੀਂ ਵੀ ਅਸੀਸ ਬਖਸ਼ਿਓ। ਸੋ ਬੱਚਿਓ ਇਸ ਚੈਨਲ ਦੇ ਮਾਧਿਅਮ ਰਾਹੀਂ ਆਪ ਜੀ ਦਾ ਸਵਾਗਤ ਹੈ, ਜੀ ਆਇਆਂ ਨੂੰ ਆਖਦੇ ਹਾਂ। ਆਓ ਸਾਰੇ ਅਸੀਂ ਦੇਖਣ ਵਾਲਿਆਂ ਨੂੰ ਗੁਰਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਬੱਚਿਓ, ਬਹੁਤ ਖੁਸ਼ੀ ਹੈ। ਸਤਿਗੁਰ ਰਹਿਮਤ ਕਰੇ ਇਸੇ ਤਰ੍ਹਾਂ ਹੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਂਦੇ ਰਹੋ, ਇਸ ਪਾਸੇ ਜ਼ਰੂਰ ਧਿਆਨ ਦਿਓ। ਚੰਗਾ ਜੀਵਨ ਹੀ ਖੁਸ਼ੀਆਂ ਖੇੜੇ ਬਖਸ਼ਦਾ। ਅਨਹਤਾ ਸੰਸਾਰ ਦੇ ਅੰਦਰ ਬਹੁਤ ਕੁਝ ਹੈ, ਰੰਗ ਤਮਾਸ਼ੇ ਨੇ, ਬਹੁਤ ਕੁਝ ਹੈ ਸੰਸਾਰ ਤੁਹਾਨੂੰ ਦੇਗਾ, ਪਰ ਜੇ ਗੁਰਮਤ ਆਪਣੇ ਅਨੁਸਾਰ ਗੁਰਮਤ ਨੂੰ ਆਪਣੇ ਗੁਰਮਤ ਅਨੁਸਾਰ ਆਪਣੇ ਆਪ ਨੂੰ ਢਾਲ ਲਿਆ, ਜ਼ਿੰਦਗੀਆਂ ਵਿੱਚ ਖੁਸ਼ੀ ਨੇ, ਖੇੜੇ ਨੇ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਉਹ ਸਤਿਗੁਰ ਰਹਿਮਤ ਕਰੇ। ਸਭ ਤੋਂ ਪਹਿਲਾਂ ਜੀ ਬੇਟੀ ਸੰਧਿਆ ਕੌਰ ਬੈਲਜੀਅਮ ਤੋਂ। ਬੇਟੇ ਜਿਹੜੀ ਅਗਲੀ ਪੌੜੀ ਹੈ ਉਹਦਾ ਪਾਠ ਤੁਸੀਂ ਸੁਣਾਉਣਾ ਕਰੋ, ਫਿਰ ਉਸਦੀ ਅਸੀਂ 18ਵੀਂ ਪੌੜੀ ਹੈ ਉਹਦੀ ਅਸੀਂ ਉਹਦਾ ਉਚਾਰਨ ਤੇ ਉਹਦੀ ਜਿਹੜੀ ਹੈ ਅਰਥ ਕੀ ਨੇ ਉਹ ਆਪਾਂ ਗੱਲਬਾਤ ਕਰਾਂਗੇ ਜੀ। असंख मूर्ख अंत घोर, असंख चोर हराम खोर, असंख अमर कर जाल जोर, असंख कलवट हत्या कमा, असंख पापी पाप कर जा, असंख कोरियार कोरे फिर आ,
असंग मलेज मल पाका असंग निधक सिर करे बार नानक नीच करे विचार वार्या न जावा एक बार जो तुत पावे सही बलिकार तू सदा सलामत निरंकार। ਬਿਲਕੁਲ ਸਤਿਗੁਰ ਰਹਿਮਤ ਕਰੇ ਜੀ ਨੇ ਬੱਚੀ ਨੇ ਬੜੇ ਪਿਆਰ ਦੇ ਨਾਲ ਪਾਠ ਉਚਾਰਨ ਕੀਤਾ। ਹਾਂ ਇੱਕ ਗੱਲ ਮੈਂ ਨਾਨਕ ਨੀਚ ਕਹੈ ਬੱਚੀ ਨੇ ਕਰੇ ਬੋਲਿਆ, ਕੋਈ ਗੱਲ ਨਹੀਂ, ਇਸ ਤਰ੍ਹਾਂ ਹੀ ਅਸੀਂ ਇਹਦਾ ਉਚਾਰਨ ਸਹੀ ਕਰਾਂਗੇ। ਜਦੋਂ ਅਸੀਂ ਪੜਾਂਗੇ ਸਾਨੂੰ ਪਤਾ ਚੱਲੇਗਾ ਨਾਨਕ ਨੀਚ ਕਹੈ ਵਿਚਾਰ, ਕਰੇ ਪੜਿਆ ਬੱਚੀ ਨੇ। ਸੋ ਇੱਕ ਹੋਰ ਗੱਲ ਬੱਚੀ ਨੇ ਜਿਹੜੀ ਕਹੀ ਹੈ, ਅਸਲ ਵਿੱਚ ਜਿਹੜੀ ਸਿਹਾਰੀ ਤੇ ਔਂਕੜ ਆ ਨਾ, ਬੱਚੀ ਨੇ ਬੜਾ ਜਿਹੜਾ ਦੇਖਿਆ ਜਾਵੇ ਨਾ, ਜੇ ਅਸੀਂ ਸਹੀ ਪਾਠ ਕੀਤਾ ਸੰਖ ਗਲ ਵਡ ਹੱਤਿਆ ਕਮਾਹ, ਉਹ ਕਮਾਹ ਦਾ ਭਾਵ ਹੁੰਦਾ ਕਮਾਉਂਦੇ ਨੇ, ਪਰ ਅਸੀਂ ਉਹਨੂੰ ਸਿਹਾਰੀ ਨੂੰ ਲਾਵਾਂ ਪੜ ਜਾਂਦੇ ਆ, ਕਿਉਂਕਿ ਸਾਡਾ ਆਮ ਚੱਲਣ ਦੇ ਵਿੱਚ ਤੁਸੀਂ ਦੇਖਦੇ ਆ ਨਾ, ਤੇ ਸਿਹਾਰੀ ਨੂੰ ਲਾਵਾਂ ਦੇ ਨਾਲ ਅਸੀਂ ਪੜ੍ਹਦੇ। ਪਰ ਬੱਚੀ ਨੇ ਜਿਹੜਾ ਨਾ ਇੱਕ ਵੱਖਰੀ ਗੱਲ ਕਰਕੇ ਨਾ, ਉਹਨੇ ਇੱਕ ਦੱਸਿਆ ਕਿ ਅਸੰਖ ਗਲ ਵਡ ਹੱਤਿਆ ਕਮਾਹ। ਹੁਣ ਕਮਾਹ ਦਾ ਭਾਵ ਵੀ ਹੈ ਕਮਾਉਂਦੇ ਨੇ, ਤੇ ਪੜ੍ਹਦੇ ਅਸੀਂ ਕੀ ਆ ਕਮਾਹੇ, ਤੇ ਅਸੰਖ ਪਾਪੀ ਪਾਪ ਕਰ ਜਾਹੇ, ਜਾਹੇ ਪੜ੍ਹਦੇ ਆ ਨਾ, ਅਸੀਂ ਲਾਂ ਪੜ੍ਹ ਕੇ ਪੜ੍ਹਦੇ। ਪਰ ਬੱਚੀ ਨੇ ਜਿਹੜਾ ਹੈ ਉੱਥੇ ਲਾਂ ਨੂੰ ਸਾਇਲੈਂਟ ਰੱਖ ਕੇ ਉਹਨੇ ਇੱਕ ਸਪਸ਼ਟ ਤੌਰ ਤੇ ਗੱਲ ਸਾਡੇ ਸਾਹਮਣੇ ਰੱਖੀ ਹੈ, ਕਿਉਂਕਿ ਜਿਹੜੀ ਵਿਆਕਰਣ ਆ ਨਾ ਉਸ ਅਨੁਸਾਰ, ਜਿਵੇਂ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਹੁਕਮੀ ਹੁਕਮ ਚਲਾਏ ਰਾਹਾ, ਉੱਥੇ ਰਾਹੋ ਪੜ੍ਹਦੇ ਹਾਂ ਅਸੀਂ ਔਂਕੜ ਨੂੰ ਹੂੜਾ ਪੜ੍ਹਦੇ ਆ। ਨਾਨਕ ਵਿਕਸੈ ਵੇ ਪਰਵਾਹੋ, ਉੱਥੇ ਫਿਰ ਹੂੜਾ ਪੜ੍ਹਦੇ, ਪਰ ਔਂਕੜ ਆ ਉਹ ਸਾਇਲੈਂਟ ਰਹਿੰਦਾ। ਬੱਚੀ ਨੇ ਥੋੜਾ ਜਿਹਾ ਇੱਕ ਵੱਖਰੀ ਗੱਲ ਕਰਕੇ ਨਾ ਸਾਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਸਤਿਗੁਰ ਰਹਿਮਤ ਕਰੇ। ਸੋ ਬੱਚੇ ਮੈਂ ਇਹਨੂੰ ਥੋੜਾ ਦੁਹਰਾ ਦਿੰਦਾ, ਤੁਸੀਂ ਜਿਹੜਾ ਪੜ੍ਹਿਆ ਅਸੰਖ ਮੂਰਖ ਅੰਧ ਘੋਰ, ਮੈਂ ਪਿੱਛੇ ਵੀ ਬੇਨਤੀ ਕੀਤੀ ਸੀ ਵੀ ਇਸ ਕਾਇਨਾਤ ਦੇ ਵਿੱਚ ਉਸ ਅਕਾਲ ਪੁਰਖ ਦੀ ਰਚੀ ਹੋਈ ਇਸ ਸ੍ਰਿਸ਼ਟੀ ਵਿੱਚ ਅਣਗਿਣਤ ਲੋਕ, ਸਾਹਿਬ ਕਹਿਣ ਲੱਗੇ ਮਹਾ ਮੂਰਖ ਨੇ। ਹੁਣ ਗਿਣਤੀ ਨਹੀਂ ਨਾ ਹੋ ਸਕਦੀ, ਅਸੀਂ ਤਾਂ ਕੋਈ 4 ਬੰਦਿਆਂ ਨੂੰ ਜਾਣਦੇ ਆ, ਕੁਝ ਇਲਾਕੇ ਵਿੱਚ ਜਾਣਦੇ ਆ, ਕੋਈ ਇੱਕ ਅੱਧਾ ਬੰਦਾ ਸਾਨੂੰ ਮਿਲ ਜੇ ਅਸੀਂ ਕਹਿ ਦਿੰਦੇ ਇਹ ਮੂਰਖ ਹੈ। ਪਰ ਇੱਥੇ ਚੇਤੇ ਰੱਖਿਓ ਸਾਹਿਬ ਨੇ ਤਰਕ ਕੀਤੀ ਹੈ, ਪਰ ਉਲਾਮਾ ਨਹੀਂ ਦੇ ਰਹੇ, ਸਿਰਫ ਇੱਕ ਗੱਲ ਕਰ ਰਹੇ ਨੇ ਕਿ ਮਾਲਕ ਦੀ ਸ੍ਰਿਸ਼ਟੀ ਹੋਈ ਰਚੀ ਹੋਈ ਇਸ ਸੰਸਾਰ ਦੇ ਵਿੱਚ ਅਨੇਕਾਂ ਹੀ ਮਹਾਮੂਰਖ ਹਨ। ਹੁਣ ਗੱਲ ਕੀ ਕਰ ਰਹੇ ਨੇ, ਇਹਦਾ ਨਤੀਜਾ ਕਿੱਥੇ ਜਾ ਕੇ ਸਾਹਿਬ ਨੇ ਕੱਢਿਆ, ਉਹ ਗੱਲ ਨੂੰ ਜ਼ਰੂਰ ਸਮਝਿਓ। ਸਾਹਿਬ ਕਹਿਣ ਲੱਗੇ ਅਸੰਖ ਚੋਰ ਹਰਾਮ ਖੋਰ, ਇਸ ਸੰਸਾਰ ਵਿੱਚ ਅਨੇਕਾਂ ਹੀ ਐਸੇ ਲੋਕ ਨੇ ਜਿਹੜੇ ਪਰਾਇਆ ਧਨ ਚੁਰਾ ਕੇ, ਕਿਸੇ ਦਾ ਹੱਕ ਮਾਰ ਕੇ ਜਿਹਨੂੰ ਕਹਿ ਸਕਦੇ ਆ, ਉਹ ਵਰਤ ਰਹੇ ਨੇ। ਵਰਤਦੇ ਆ ਨਾ ਕਈ ਵਿਹਲੜ ਬੰਦੇ ਜਿਹੜੇ ਦੂਜਿਆਂ ਨੂੰ ਚੋਰੀ ਕਰਦੇ ਨੇ ਜਾਂ ਕਿਸੇ ਨੂੰ ਠੱਗੀ ਠੋਰੀ ਮਾਰਦੇ ਨੇ, ਗਿਣਤੀ ਨਹੀਂ ਹੈ। ਆਮ ਜ਼ਿੰਦਗੀ ਵਿੱਚ ਸਾਡੇ ਨਾਲ ਵੀ ਇਹ ਚੀਜ਼ਾਂ ਵਾਪਰ ਜਾਂਦੀਆਂ, ਸਾਨੂੰ ਕੋਈ ਧੋਖੇ ਨਾਲ ਸਾਡੇ ਕੋਲ ਕੋਈ ਚੀਜ਼ ਲੈ ਜਾਂਦਾ ਤੇ ਠੱਗੀ ਮਾਰ ਜਾਂਦਾ, ਸਾਨੂੰ ਪਤਾ ਹੀ ਨਹੀਂ ਚੱਲਦਾ। ਸਾਹਿਬ ਉਹਨਾਂ ਦੀ ਗੱਲ ਕਰ ਰਹੇ ਨੇ। ਅਸੰਖ ਅਮਰ ਕਰ ਜਾਹੇ ਜੋਰ, ਕਹਿਣ ਲੱਗੇ ਅਨੇਕਾਂ ਇਸ ਸੰਸਾਰ ਵਿੱਚ ਐਸੇ ਮਨੁੱਖ ਨੇ ਜਿਹੜੇ ਦੂਜਿਆਂ ਤੇ ਹੁਕਮ ਤੇ ਵਧੀਕੀਆਂ ਕਰਦੇ ਨੇ, ਜੋਰਾ ਜਬਰੀ ਕਰਦੇ ਨੇ, ਤੁਹਾਡੇ ਸਨਮੁਖ ਹੀ ਆ, ਧੱਕਾ ਕਰਦੇ ਨੇ, ਜ਼ੁਲਮ ਕਰਦੇ ਨੇ। ਕਹਿਣ ਲੱਗੇ ਫਿਰ ਅੰਤ ਨੂੰ ਸੰਸਾਰ ਤੋਂ ਚਲੇ ਜਾਂਦੇ ਨੇ, ਕੂਚ ਕਰ ਜਾਂਦੇ ਨੇ। ਅਗਲੀ ਤੁਕ ਵਿੱਚ ਸਾਹਿਬ ਕਹਿਣ ਲੱਗੇ ਅਸੰਖ ਗਲ ਵੱਡ ਹੱਤਿਆ ਕਮਾਹੇ, ਅਨੇਕਾਂ ਹੀ ਖੂਨੀ ਮਨੁੱਖ, ਖੁੰਖਾਰ ਮਨੁੱਖ ਜਿਹੜੇ ਜ਼ੁਲਮ ਕਰਦੇ ਨੇ ਦੂਸਰਿਆਂ ਤੇ, ਕਹਿਣ ਲੱਗੇ ਸਾਹਿਬ ਕਹਿਣ ਲੱਗੇ ਉਹ ਲੋਕਾਂ ਦੇ ਗਲ ਵੱਢ ਰਹੇ ਨੇ, ਪਾਪ ਕਰ ਰਹੇ ਨੇ। ਅਸੰਖ ਪਾਪੀ ਪਾਪ ਕਰ ਜਾਹੇ, ਅਖੀਰ ਨੂੰ ਦੁਨੀਆ ਤੋਂ ਤੁਰ ਜਾਂਦੇ ਨੇ। ਕਿਉਂ? ਜਿਹੜੇ ਮਨੁੱਖ ਪਾਪ ਕਰਦੇ ਨੇ, ਦੂਸਰਿਆਂ ਨਾਲ ਧੱਕਾ ਕਰਦੇ ਨੇ। ਅਸੰਖ ਕੂੜਿਆਰ ਕੂੜੇ ਫਿਰਾਂ ਹੈ, ਅਨੇਕਾਂ ਹੀ ਝੂਠ ਬੋਲਣ ਦੇ ਸੁਭਾਅ ਵਾਲੇ ਮਨੁੱਖ ਝੂਠ ਵਿੱਚ ਹੀ ਰੁੱਝੇ ਰਹਿੰਦੇ ਨੇ, ਉਹਨਾਂ ਦੀ ਜ਼ਿੰਦਗੀ ਦਾ ਆਧਾਰ ਹੀ ਝੂਠ ਬਣ ਜਾਂਦਾ, ਉਹਨਾਂ ਨੂੰ ਸੱਚ ਨਹੀਂ ਆਉਂਦਾ ਜ਼ਿੰਦਗੀ 'ਚ, ਉਹ ਝੂਠ ਹੀ ਬੋਲਦੇ ਨੇ। ਅਸੰਖ ਨਿੰਦਕ ਸਿਰ ਕਰੇ ਭਾਰ, ਅਣਗਿਣਤ ਐਸੇ ਲੋਕ ਨੇ ਜਿਹੜੇ ਆਪਣੇ ਸਿਰ ਉੱਤੇ ਨਿੰਦਿਆ ਦਾ ਭਾਰ ਚੁੱਕਦੇ ਨੇ। ਬੜਾ ਮਜ਼ਾ ਆਉਂਦਾ, ਬੜਾ ਆਨੰਦ ਆਉਂਦਾ। ਚੇਤੇ ਰੱਖਿਓ, ਬੰਦਾ ਜਦੋਂ ਕਿਸੇ ਦੀ ਨਿੰਦਿਆ ਕਰਦਾ ਨਾ, ਉਹਨੂੰ ਚੰਗੀ ਲੱਗਦੀ ਏ, ਪਰ ਸਾਹਿਬ ਨੇ ਥਾਂ ਥਾਂ ਤੇ ਸਾਨੂੰ ਇਹ ਗੱਲ ਸਮਝਾਉਣਾ ਕੀਤੀ ਹੈ ਕਿ ਨਿੰਦਾ ਕਰਨ ਵਾਲਾ ਮਨੁੱਖ ਜਿਹੜਾ ਉਹ ਕਦੇ ਵੀ ਚੈਨ ਦੀ ਨੀਂਦ ਨਹੀਂ ਸੌ ਸਕਦਾ, ਬੇਚੈਨ ਰਹਿੰਦਾ ਹੈ। ਪਰ ਉਹਨੂੰ ਮਜ਼ਾ ਆਉਂਦਾ, ਉਹ ਦੂਸਰਿਆਂ ਦੀ ਜਿਹੜੀ ਹੈ ਉਹ ਨਿੰਦਾ ਕਰ ਕਰਕੇ, ਬੁਰਾਈ ਕਰ ਕਰਕੇ ਆਪਣਾ ਜੀਵਨ
ਬਤੀਤ ਕਰਦਾ ਹੈ। ਸਾਹਿਬ ਕਹਿਣ ਲੱਗੇ ਨਾਨਕ ਨੀਚ ਕਹੈ ਵਿਚਾਰ। ਇੱਥੇ ਗੱਲ ਸਮਝੋ, ਜਦੋਂ ਸਾਹਿਬ ਨੇ ਇਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਨਾ, ਕਈ ਚੋਰ ਨੇ, ਕੋਈ ਹਰਾਮ ਖਾ ਰਹੇ ਨੇ, ਵਿਹਲੇ ਨੇ, ਕੋਈ ਪਾਪ ਕਰ ਰਹੇ ਨੇ, ਕੋਈ ਕੁਛ ਕਰ ਰਿਹਾ, ਕੋਈ ਨਿੰਦਾ ਕਰ ਕਰਕੇ ਆਪਣੇ ਸਿਰ ਤੇ ਭਾਰ ਉਠਾ ਰਿਹਾ, ਤੇ ਅਖੀਰ ਤੇ ਦੇਖੋ ਸਤਿਗੁਰਾਂ ਦੀ ਨਿਮਰਤਾ ਦੇਖੋ। ਸਾਹਿਬ ਕਹਿਣ ਲੱਗੇ ਨਾਨਕ ਨੀਚ ਕਹੈ ਵਿਚਾਰ, ਆਪਣੇ ਆਪ ਨੂੰ ਹੁਣ ਨੀਵਾਂ ਸਾਹਿਬ ਨੇ ਇੱਥੇ ਕਹਾਇਆ। ਕਹਿਣ ਲੱਗੇ ਅਨੇਕਾਂ ਹੋਰ ਜੀਵਾਂ ਜੇ ਇਸ ਕੁਕਰਮ ਕਰਦੇ ਹੋਣਗੇ ਮੇਰੇ ਅਕਾਲ ਪੁਰਖ, ਮੇਰੀ ਕੀ ਤਾਕਤ ਹੈ ਕਿ ਤੇਰੀ ਕੁਦਰਤ ਦੀ ਇਸ ਬਣਾਈ ਹੋਈ ਖਲਕਤ ਦੀ ਵਿਚਾਰ ਕਰ ਸਕਾਂ। ਮੇਰੀ ਪਾਇਆ ਨਹੀਂ ਹੈ, ਪਤਾ ਹੀ ਨਹੀਂ ਕਿੰਨੇ ਲੋਕ ਸੰਸਾਰ ਦੇ ਕੀ ਕੁਝ ਕਰ ਰਹੇ ਨੇ। ਕਹਿਣ ਲੱਗੇ ਮੈਂ ਤਾਂ ਇਹ ਉੱਪਰਲੀ ਤੁਸ਼ ਜੀ ਵਿਚਾਰ ਇੱਕ ਪੇਸ਼ ਕੀਤੀ ਆਪਣੇ ਵੱਲੋਂ, ਜੋ ਤੁਧ ਭਾਵੈ ਸਾਈ ਭਲੀਕਾਰ, ਇਹ ਕਰਤਾ ਪੁਰਖ ਵਾਹਿਗੁਰੂ ਜੋ ਤੈਨੂੰ ਚੰਗਾ ਲੱਗਦਾ ਹੈ, ਭਾਵ ਤੇਰੀ ਰਜਾ, ਉਹਦੇ ਵਿੱਚ ਹੀ ਰਹਿਣਾ ਠੀਕ ਹੈ। ਆਹ ਵਾ ਇੱਕ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਰਮ ਹੈ ਕਿ ਉਸ ਅਕਾਲ ਪੁਰਖ ਦੀ ਰਜਾ, ਉਹਦੇ ਹੁਕਮ ਵਿੱਚ ਰਹਿਣਾ। ਸਾਹਿਬ ਕਹਿਣ ਲੱਗੇ ਇਹ ਮੇਰੇ ਲਈ ਭਲੀ ਗੱਲ ਹੈ ਕਿ ਤੇਰੀ ਰਜਾ ਵਿੱਚ ਰਹਾ। ਇਹ ਸਾਨੂੰ ਵੀ ਹੁਕਮ ਹੈ ਕਿ ਉਹਦੀ ਰਜਾ, ਜੋ ਕੁਝ ਕਰ ਰਿਹਾ, ਜੋ ਤੁਧ ਭਾਵੈ ਸਾਈ ਭਲੀਕਾਰ, ਜੋ ਤੈਨੂੰ ਚੰਗਾ ਲੱਗਦਾ, ਜੋ ਤੂੰ ਕਰ ਰਿਹਾ ਉਹਨੂੰ ਸਤ ਕਰਕੇ ਮੰਨ ਲੈਣਾ ਹੀ। ਤੂੰ ਸਦਾ ਸਲਾਮ ਨਿਰੰਕਾਰ, ਕਿਉਂਕਿ ਹੇ ਨਿਰੰਕਾਰ ਤੂੰ ਸਦਾ ਸਥਿਰ ਰਹਿਣ ਵਾਲਾ, ਤੂੰ ਕਾਇਮ ਰਹਿਣ ਵਾਲਾ। ਬਹੁਤ ਬਹੁਤ ਧੰਨਵਾਦ। ਬੇਟੀ ਸੰਧਿਆ ਕੌਰ ਬੈਲਜੀਅਮ ਤੋਂ, ਉਹਨੇ ਪਾਠ ਸਰਵਣ ਕਰਾਇਆ। ਬੇਟੇ ਅਗਲੀ ਪੌੜੀ 19ਵੀਂ ਪੌੜੀ ਦੀ ਅਨਮੋਲ ਪ੍ਰੀਤ ਕੌਰ ਜਰਮਨੀ ਤੋਂ, ਬੇਟਾ ਤੁਸੀਂ ਸੁਣਾਉਣਾ ਕਰੋ, ਫਿਰ ਉਹਦੀ ਉਚਾਰਨ ਤੇ ਵਿਚਾਰ ਜਿਹੜੀ ਹੈ ਅਸੀਂ ਆਰੰਭ ਕਰਾਂਗੇ ਜੀ। असंख नाम असंख ताप, अगम अगम असंख लोआ, असंख काहे सिर पर होए, अखरी नाम अखरी सलाह, अखरी ज्ञान गीत गुण गा, अखरी लिखन बोलन बान, अखरा सिर संजोग बेखान, जिन ए लिखे तिस सिर नाए, जिब फरमाए तिब तिब पाए, जीता कीता तीता नाओ, बिन नाविये नाहे को ताओ, कुदर कवन खाहे विचार, वारियां जावां एक वार, जो तत भावे सही पलिकार, तू सदा सलामत निरंकार। ਬਿਲਕੁਲ ਬੇਟੇ ਅਨਮੋਲ ਪ੍ਰੀਤ ਕੌਰ ਜਰਮਨੀ ਤੋਂ 19ਵੀਂ ਪੌੜੀ ਦਾ ਬੱਚੀ ਨੇ ਪਾਠ ਕੀਤਾ ਹੈ। ਹੁਣ ਬੱਚਿਓ ਤੁਸੀਂ ਵੀ ਸਮਝਣਾ ਹੈ, ਮੈਂ ਵੀ ਤੇ ਸਾਰੇ ਜਿਹੜੇ ਦੇਖ ਰਹੇ ਨੇ ਉਹਨਾਂ ਵੀ ਇਸ ਗੱਲ ਨੂੰ ਸਮਝਣਾ, ਕਿਉਂਕਿ ਜਪਜੀ ਦਾ ਪਾਠ ਅਸੀਂ ਸਾਰੇ ਕਰਦੇ ਹਾਂ। ਗੁਰੂ ਕੀ ਸਿੱਖੋ, ਅਸੰਖ ਨਾਮ, ਇੱਥੇ ਬਿੰਦੀ ਲਾ ਕੇ ਪੜ੍ਹਨਾ। ਸਾਹਿਬ ਕਹਿਣ ਲੱਗੇ ਕੁਦਰਤ ਦੀ ਇਸ ਬਣਾਈ ਹੋਈ ਖਲਕਤ ਵਿੱਚ ਬੇਅੰਤ ਪਦਾਰਥਾਂ ਦੇ ਅਸੰਖਾਂ ਅਣਗਿਣਤ ਹੀ ਨਾਮ ਨੇ। ਅਸੰਖ ਨਾਮ, ਅਸੰਖ ਤਾਂ ਕੋਈ ਵੀ ਚੀਜ਼ ਦੇਖੋ ਜਿਸ ਧਰਤੀ ਤੇ ਪੈਦਾ ਹੋਈ ਉਹਦਾ ਕੋਈ ਨਾ ਕੋਈ ਨਾਂ ਰੱਖਿਆ ਗਿਆ, ਹਰ ਚੀਜ਼ ਦਾ ਨਾਂ ਹੈ ਨਾ। ਸਾਹਿਬ ਇੱਥੇ ਉਹਨਾਂ ਦੀ ਗਿਣਤੀ ਕਰ ਰਹੇ ਨੇ, ਗੱਲ ਕਰ ਰਹੇ ਨੇ। ਸਾਹਿਬ ਕਹਿਣ ਲੱਗੇ ਅਸੰਖਾਂ ਹੀ ਤੇ ਅਣਗਿਣਤ ਹੀ ਉਹਨਾਂ ਦੇ ਥਾਂ ਟਿਕਾਣੇ ਨੇ। ਅਸੰਖ ਨਾਮ ਵੀ ਉਹ ਅਣਗਿਣਤ ਨਾਮ ਨੇ ਉਹਨਾਂ ਦੇ, ਤੇ ਫਿਰ ਉਹਨਾਂ ਦੇ ਟਿਕਾਣੇ ਨੇ। ਅਗੰਮ ਅਗੰਮ, ਇੱਥੇ ਬਿੰਦੀ ਨਾ ਪੜਨਾ, ਟਿੱਪੀ ਲੱਗੀ ਆ। ਅਗੰਮ ਅਗੰਮ ਅਸੰਖ ਲੋ, ਕਹਿਣ ਲੱਗੇ ਕੁਦਰਤ ਵਿੱਚ ਅਸੰਖਾਂ ਹੀ ਭਾਮਣ ਹਨ ਜਿਨ੍ਹਾਂ ਤੱਕ ਮਨੁੱਖ ਦੀ ਪਹੁੰਚ ਵੀ ਨਹੀਂ ਹੋ ਸਕਦੀ। ਆਪਾਂ ਦੇਖਦੇ ਨੇ ਪਲੈਨਟ ਹੁੰਦੇ ਨੇ, ਜਿਹੜੇ ਗ੍ਰਹਿ ਨੇ, ਐਸੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਅੱਖਾਂ ਨਹੀਂ ਦੇਖ ਸਕਦੀਆਂ, ਪਰ ਇਸ ਮਾਲਕ ਦੀ ਬਣਾਈ ਹੋਈ ਧਰਤੀ ਤੇ ਬਹੁਤ ਕੁਝ ਹੈ, ਬਹੁਤ ਕੁਝ ਹੈ ਜਿਹਨੂੰ ਅਸੀਂ ਬਿਆਨ ਹੀ ਨਹੀਂ ਕਰ ਸਕਦੇ। ਅਸੰਖ ਕਹੇ ਸਿਰ ਭਾਰ ਹੋਏ, ਕਹਿਣ ਲੱਗੇ ਜੇ ਕੋਈ ਮਨੁੱਖ ਕੁਦਰਤ ਦਾ ਲੇਖਾ ਕਰਨ ਵਾਸਤੇ ਸ਼ਬਦ ਅਸੰਖ ਵੀ ਆਖੇ, ਅਣਗਿਣਤ ਵੀ ਆਖੇ, ਤੇ ਸਾਹਿਬ ਕਹਿਣ ਲੱਗੇ ਉਹਨਾਂ ਦੇ ਸਿਰ ਉੱਤੇ ਵੀ ਭਾਰ ਹੁੰਦਾ ਹੈ, ਭਾਵੁਕ ਕਹਿ ਨਹੀਂ ਸਕਦੇ। ਉਹ ਵੀ ਭੁੱਲ ਕਰਦੇ ਨੇ ਕਿ ਅਸੰਖ ਸ਼ਬਦ ਵੀ ਕਾਫੀ ਨਹੀਂ ਹੈ। ਹਾਲਾਂਕਿ ਜਿਹੜਾ ਅਸੰਖ ਹੈ ਉਹ ਕਿਸੇ ਗਿਣਤੀ ਮਿਣਤੀ ਵਿੱਚ ਨਹੀਂ ਹੁੰਦਾ, ਅਣਗਿਣਤ, ਜਿਹਨੂੰ ਗਿਣਿਆ ਹੀ ਨਾ ਜਾ ਸਕੇ। ਤੇ ਸਾਹਿਬ ਇੱਥੇ ਕਹਿ ਰਹੇ ਨੇ ਵੀ ਉਹ ਵੀ ਜੇ ਇਹ ਵੀ ਕਹਿਣ ਤੇ ਉਹ ਆਪਣੇ ਸਿਰ ਦੇ ਭਾਰ ਹੀ ਠਾਉਣਗੇ, ਕਿਉਂਕਿ ਅਸੰਖ ਸ਼ਬਦ ਵੀ ਕਾਫੀ ਨਹੀਂ ਆ ਇਸ ਮਾਲਕ ਦੀ ਬਣਾਈ ਹੋਈ ਧਰਤੀ ਦੇ ਉੱਤੇ। ਕੀ ਪੈਦਾ ਹੋਇਆ, ਕਿੱਥੇ ਕੀ ਆ, ਕਿੱਥੇ ਕੀ ਹੈ, ਜਿੱਥੋਂ ਤੱਕ ਸਾਡੀ ਨਜ਼ਰ ਦੇਖਦੀ ਅਸੀਂ ਕਹਿ ਸਕਦੇ ਹਾਂ ਉੱਥੋਂ ਤੱਕ, ਉਸ ਤੋਂ ਅੱਗੇ ਵੀ ਦੁਨੀਆ, ਪਤਾ ਨਹੀਂ ਕਿੱਥੇ ਤੱਕ ਸੰਸਾਰ ਜਿਹੜੀ ਹੈ ਉਹਦੇ ਵਿੱਚ, ਕਾਇਨਾਤ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਨਜ਼ਰ ਨਹੀਂ ਆ ਰਹੀਆਂ। ਅਖਰੀ ਨਾਮ ਅਖਰੀ ਸਾਲਾਹ, ਕਹਿਣ ਲੱਗੇ ਕੁਦਰਤ ਦਾ ਲੇਖਾ ਅਸੰਖ ਤਾਂ ਕਿਤੇ ਰਿਹਾ,
ਸਾਹਿਬ ਕਹਿਣ ਲੱਗੇ ਕੋਈ ਵੀ ਸ਼ਬਦ ਕਾਫੀ ਨਹੀਂ, ਪਰ ਅਕਾਲ ਪੁਰਖ ਦੇ ਨਾਮ ਵੀ ਅੱਖਰਾਂ ਦੀ ਰਾਹੀਂ ਹੀ ਲਿਆ ਜਾ ਸਕਦਾ ਹੈ, ਉਹਨੂੰ ਚੇਤੇ ਕੀਤਾ ਜਾ ਸਕਦਾ ਹੈ। ਸਿਫਤ ਸਲਾਹ ਵੀ ਅੱਖਰਾਂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ। ਅੱਖਰੀ ਗਿਆਨ ਗੀਤ ਗੁਣ ਗਾਹਾ, ਮੈਂ ਨਾਲ ਪੜ੍ਹ ਰਿਹਾ ਬੱਚਿਓ ਨੂੰ, ਤੁਸੀਂ ਇਹਨੂੰ ਆਪਣਾ ਉਚਾਰਨ ਦੇ ਵਿੱਚ ਵੀ ਆਪਣੇ ਲਈ ਜਾਣਾ। ਅੱਖਰੀ ਇੱਥੇ ਬਿੰਦੀ ਲਾ ਕੇ ਪੜ੍ਹਨਾ, ਅੱਖਰੀ ਗਿਆਨ ਗੀਤ ਗੁਣ ਗਾਹਾ, ਅਕਾਲ ਪੁਰਖ ਦਾ ਗਿਆਨ ਵੀ ਅੱਖਰਾਂ ਦੀ ਰਾਹੀਂ ਹੀ ਵਿਚਾਰਿਆ ਜਾ ਸਕਦਾ ਹੈ, ਅੱਖਰਾਂ ਦੀ ਰਾਹੀਂ ਹੀ ਉਸਦੇ ਗੀਤ ਅਤੇ ਗੁਣਾਂ ਦਾ ਵਾਕਫ ਹੋ ਸਕੀਦਾ ਹੈ, ਉਹਦੇ ਨਾਲ ਪਹਿਚਾਣ ਹੋ ਸਕਦੀ ਹੈ। ਅੱਗੇ ਅੱਖਰੀ ਲਿਖਣ ਬੋਲਣ ਬਾਣ, ਬੋਲੀ ਦਾ ਲਿਖਣਾ ਤੇ ਬੋਲਣਾ ਵੀ ਅੱਖਰਾਂ ਦੀ ਰਾਹੀਂ ਹੀ ਦੱਸਿਆ ਜਾ ਸਕਦਾ ਹੈ। ਇਸ ਕਰਕੇ ਸ਼ਬਦ ਅਸੰਖ ਵਰਤਿਆ ਗਿਆ ਹੈ। ਅਸੰਖ ਦਾ ਭਾਵ ਅਣਗਿਣਤ। ਸਾਹਿਬ ਕਹਿਣ ਲੱਗੇ ਇਹ ਵੀ ਅਸੰਖ ਲਫ਼ਜ਼ ਵੀ ਘੱਟ ਹੈ, ਅਕਾਲ ਪੁਰਖ ਦੀ ਬਣਾਈ ਕਾਇਨਾਤ ਦੇ ਵਿੱਚ ਜੋ ਕੁਝ ਵਾਪਰਿਆ, ਜੋ ਕੁਝ ਹੋ ਰਿਹਾ। ਪਰ ਸਾਹਿਬ ਕਹਿਣ ਲੱਗੇ ਕੀ ਕਰੀਏ, ਜੋ ਕੁਝ ਅਸੀਂ ਉਚਾਰਨ ਕਰਨਾ, ਜੋ ਕੁਝ ਦੇਖਣਾ, ਜੋ ਕੁਝ ਬੋਲਣਾ, ਉਹ ਅੱਖਰਾਂ ਦੇ ਰਾਹੀਂ ਹੀ ਬਿਆਨ ਕੀਤਾ ਜਾ ਸਕਦਾ ਹੈ। ਅੱਖਰਾਂ ਸਿਰ ਸੰਜੋਗ ਵਖਾਣ, ਕਹਿਣ ਲੱਗੇ ਅੱਖਰਾਂ ਰਾਹੀਂ ਹੀ ਭਾਗਾਂ ਦਾ ਸੰਜੋਗ ਵਿਖਿਆਨ ਕੀਤਾ ਜਾ ਸਕਦਾ ਹੈ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਇੱਥੇ ਫਿਰ ਸਾਹਿਬ ਨੇ ਕਿਹਾ ਜਿਸ ਅਕਾਲ ਪੁਰਖ ਨੇ ਜੀਵਾਂ ਦੇ ਸੰਜੋਗ ਦਾ ਇਹ ਅੱਖਰ ਲਿਖੇ ਨੇ, ਉਸ ਦੇ ਸਿਰ ਉੱਤੇ ਕੋਈ ਲੇਖ ਨਹੀਂ ਹੈ। ਅਸੀਂ ਸਾਰੇ ਲੇਖੇ ਵਿੱਚ ਹਾਂ, ਲੇਕਿਨ ਅਕਾਲ ਪੁਰਖ ਕਿਸੇ ਲੇਖੇ ਵਿੱਚ ਨਹੀਂ ਹੈ। ਭਾਵ ਕੋਈ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਕਰ ਸਕਦਾ, ਉਹ ਕਿੱਡਾ ਵੱਡਾ ਹੈ। ਆਪਾਂ ਪੜ੍ਹਦੇ ਹਾਂ ਨਾ, ਅੱਗੇ ਪੜਾਂਗੇ ਜਾ ਕੇ, ਗੁਣ ਇਹੋ ਹੋਰ ਨਾਹੀ ਕੋਈ, ਸਭ ਤੋਂ ਵੱਡਾ ਗੁਣ ਉਹਦੇ ਚ ਹੈ ਕਿ ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ ਹੈ। ਜਿਵ ਫਰਮਾਏ ਤਿਵ ਤਿਵ ਪਾਹੇ, ਜਿਸ ਤਰ੍ਹਾਂ ਅਕਾਲ ਪੁਰਖ ਹੁਕਮ ਕਰਦਾ ਹੈ, ਉਸੇ ਤਰ੍ਹਾਂ ਜੀਵ ਆਪਣੇ ਸੰਜੋਗ ਭੋਗਦੇ ਨੇ। ਜੇਤਾ ਕੀਤਾ ਤੇਤਾ ਨਾਉ, ਸੰਸਾਰ ਵਿੱਚ ਅਕਾਲ ਪੁਰਖ ਨੇ ਸੰਸਾਰ ਅਕਾਲ ਪੁਰਖ ਨੇ ਬਣਾਇਆ, ਉਸ ਦਾ ਸਰੂਪ ਹੈ। ਸਾਹਿਬ ਕਹਿਣ ਲੱਗੇ ਇਸ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜੇਤਾ ਕੀਤਾ ਤੇਤਾ ਨਾਉ, ਜਦੋਂ ਅਸੀਂ ਆਨੰਦ ਸਾਹਿਬ ਦੀ ਬਾਣੀ ਚ ਪੜ੍ਹਦੇ ਹਾਂ, ਸਾਹਿਬ ਕਹਿਣ ਲੱਗੇ ਵਿਣ ਨਾਮ ਹੈ ਨਾ ਹੀ ਕੋ ਥਾਂ, ਕੋਈ ਵੀ ਐਸੀ ਜਗ੍ਹਾ ਨਹੀਂ ਹੈ ਜਿਹੜੀ ਅਕਾਲ ਪੁਰਖ ਤੋਂ ਵੱਖ ਹੋਵੇ। ਸ੍ਰਿਸ਼ਟੀ ਦਾ ਜਰਾ ਜਰਾ ਅਕਾਲ ਪੁਰਖ ਦਾ ਸਰੂਪ ਹੈ। ਇਹੀ ਬਾਣੀ ਨੇ ਸਾਨੂੰ ਬੱਚਿਓ ਸਮਝਾਉਣਾ ਕੀਤਾ ਵੀ ਸਾਡੇ ਹਿਰਦੇ ਵਿੱਚ ਰੱਬ ਵਸਦਾ, ਕੋਈ ਐਸਾ ਟਿਕਾਣਾ ਨਹੀਂ ਹੈ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਮ ਹੈ ਨਾ ਹੀ ਕੋ ਥਾਂ, ਇਹ ਨਹੀਂ ਵੀ ਗੁਰਦੁਆਰੇ ਵਿੱਚ ਰੱਬ ਵਸਦਾ ਜਾਂ ਧਾਰਮਿਕ ਸਥਾਨਾਂ 'ਚ ਰੱਬ ਵਸਦਾ। ਸਾਹਿਬ ਕਹਿਣ ਲੱਗੇ ਕਿ ਕੋਈ ਐਸਾ ਥਾਂ ਨਹੀਂ ਹੈ, ਤੇਰੇ ਨਾਲ ਹੀ ਹੈ, ਹਰ ਵੇਲੇ ਜਿੱਥੇ ਵੀ ਤੂੰ ਜਾਂਦਾ ਰੱਬ ਤੇਰੇ ਨਾਲ ਹੈ। ਕੋਈ ਐਸੀ ਧਰਤੀ ਦੀ ਜਗ੍ਹਾ ਨਹੀਂ ਜਿੱਥੇ ਰੱਬ ਨਹੀਂ ਵਸਦਾ। ਵਾਰਿਆ ਨਾ ਜਾਵਾਂ ਏਕ ਵਾਰ, ਇਹ ਵਾਹਿਗੁਰੂ ਮੈਂ ਤੇਰੇ ਤੋਂ ਇੱਕ ਵਾਰੀ ਵੀ ਕੁਰਬਾਨ ਸਦਕੇ ਜਾਣ ਜੋਗਾ ਨਹੀਂ, ਮੇਰੀ ਹਸਤੀ ਬੜੀ ਤੁਛ ਹੈ, ਇਸ ਕਰਕੇ ਮੈਂ ਤੇਰੇ ਕੁਦਰਤ ਦੀ ਕੀ ਵਿਚਾਰ ਕਰ ਸਕਾਂ। ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਤੈਨੂੰ ਚੰਗਾ ਲੱਗਦਾ ਉਹ ਕੰਮ ਭਲਾ ਹੈ। ਭਾਵ ਤੇਰੀ ਰਜਾ ਵਿੱਚ ਰਹਿਣਾ ਹੀ ਸਾਡੇ ਜੀਵਾਂ ਲਈ ਚੰਗੀ ਗੱਲ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਹੈ ਨਿਰੰਕਾਰ ਤੂੰ ਸਦਾ ਕਾਇਮ ਰਹਿਣ ਵਾਲਾ। ਸੋ ਬੱਚੀ ਅਨਮੋਲ ਪ੍ਰੀਤ ਕੌਰ ਜਰਮਨੀ ਨੇ ਇਹ ਪਾਠ ਪੌੜੀ ਸੁਣਾ ਕੀਤੀ। ਬੜੇ ਸ਼ਗਨਦੀਪ ਕੌਰ ਇਟਲੀ ਤੋਂ ਅਗਲੀ ਪੌੜੀ ਦਾ ਪਾਠ ਤੁਸੀਂ ਸਰਵਣ ਕਰਾਓ। ਭਰਿਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ, ਸਾਬੁਨ ਲਈ ਹੋਏ। ਭਰਿਐ ਮਤ ਪਾਪਾ ਕੇ ਸੰਗ, ਉਹ ਧੋਤੇ ਨਾ ਵੇਖੇ ਰੰਗ, ਪੁੰਨੀ ਪਾਪੀ ਆਖਣ ਨਾਹੇ, ਘਰ ਘਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਬਿਲਕੁਲ ਜੀ। ਹੁਣ ਇੱਥੇ ਦੇਖੋ, ਜਦੋਂ ਅਸੰਖ ਦੀਆਂ ਪੌੜੀਆਂ ਸਮਾਪਤ ਹੁੰਦੀਆਂ ਨਾ, ਇੱਕ ਨਵਾਂ ਗੱਲ ਸਾਹਮਣੇ ਲੈ ਕੇ ਆਉਂਦੇ ਨੇ ਸਤਿਗੁਰੂ। ਜਿਵੇਂ ਬੱਚਿਆਂ ਨੂੰ ਮੈਂ ਕਈ ਵਾਰੀ ਸੋਚਦਾ ਵੀ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੂੰ ਸਾਡਾ ਮਾਂ ਪਿਓ, ਅਸੀਂ ਤੇਰੇ ਬੱਚੇ ਆ। ਤੇ ਬੱਚਿਆਂ ਨੂੰ ਜਿਵੇਂ ਸਮਝਾਉਣਾ ਨਾ, ਐਵੇਂ ਸਤਿਗੁਰੂ ਉਹ ਗੱਲ ਕਰ ਰਹੇ ਨੇ। ਇੱਥੇ ਕਹਿ ਰਹੇ ਨੇ ਕਹਿੰਗੇ ਭਰੀਏ ਹੱਥ ਪੈਰ ਤਨ ਦੇ, ਸੰਸਾਰ ਦੇ ਲੋਕਾਂ ਨੂੰ ਸਮਝਾ ਰਹੇ ਨੇ। ਬੱਚਿਓ ਧਿਆਨ ਨਾਲ ਸੁਣਨਾ, ਭਰੀਏ ਦੋ ਐੜੇ ਨੂੰ ਦੋ ਦਲਾਵਾਂ, ਇੱਕ ਨਹੀਂ ਪੜਨਾ, ਭਰੀਏ ਨਹੀਂ ਪੜਨਾ, ਭਰੀਏ ਦੋ ਦਲਾਵਾਂ ਨੇ ਉੱਤੇ, ਹੱਥ ਪੈਰ ਤਨ ਦੇ। ਕਹਿਣ ਲੱਗੇ ਜੇ ਹੱਥ ਜਾਂ ਪੈਰ ਜਾਂ ਸਰੀਰ ਲਿਬੜ ਜਾਵੇ, ਇਹ ਸਰੀਰ ਨੂੰ ਕੋਈ ਗੰਦਗੀ ਲੱਗ ਜਾਵੇ, ਮੈਲੇ ਹੋ ਜਾਣ, ਸਾਹਿਬ ਕਹਿਣ ਲੱਗੇ ਪਾਣੀ ਧੋਤਾ ਉਤਰ ਸਖੇ। ਅਸੀਂ ਕੀ ਕਰਦੇ ਹਾਂ, ਪਾਣੀ ਨਾਲ
ਧੋ ਕੇ ਉਹ ਮੈਲ ਨੂੰ ਉਤਾਰ ਦਿੰਦੇ ਆ। ਸਾਹਿਬ ਕਹਿਣ ਲੱਗੇ ਉਤਰ ਸਕਦੀ ਹੈ। ਮੂਤ ਪਲੀਤੀ ਕੱਪੜ ਹੋਏ, ਜਿਹੜੇ ਤਨ ਤੇ ਕੱਪੜੇ ਪਾਏ ਨੇ ਅਸੀਂ, ਉਹ ਕਹਿਣ ਲੱਗੇ ਜੇ ਪਲੀਤ ਹੋ ਜਾਣ, ਗੰਦੇ ਹੋ ਜਾਣ, ਕਹਿਣ ਲੱਗੇ ਦੇ ਸਾਬੁਨ ਲਈਐ ਉਹ ਧੋਏ, ਤਾਂ ਸਾਬਣ ਲਾ ਕੇ ਉਸਨੂੰ ਧੋ ਲੈਂਦੇ ਆ, ਧੋਇਆ ਜਾ ਸਕਦਾ ਹੈ। ਜਦੋਂ ਇਹ ਉਦਾਹਰਨਾਂ ਦਿੰਦੇ ਨੇ ਨਾ, ਫਿਰ ਅੱਗੇ ਕਹਿੰਦੇ ਨੇ ਚੇਤੇ ਰੱਖੀ ਭਰੀਏ ਮਤ ਪਾਪਾਂ ਕੇ ਸੰਗ। ਜਿਹੜੀ ਬਾਹਰੀ ਮੈਲ ਤੈਨੂੰ ਨਜ਼ਰ ਆਉਂਦੀ ਹੈ ਨਾ, ਸਰੀਰ ਗੰਦਾ ਹੋ ਗਿਆ, ਹੱਥ ਗੰਦੇ ਹੋ ਗਏ, ਉਹਨੂੰ ਧੋਤੇ ਜਾ ਸਕਦੇ ਸਾਬਣ ਨਾਲ। ਤਨ ਤੇ ਪਾਏ ਕੱਪੜੇ ਮੈਲੇ ਹੋਏ, ਉਹਨੂੰ ਸਾਬਣ ਨਾਲ ਧੋਤੇ ਜਾ ਸਕਦੇ ਨੇ। ਤੇ ਜਿਸ ਵੇਲੇ ਸਾਹਿਬ ਨੇ ਕਿਹਾ ਚੇਤੇ ਰੱਖੀ ਇਸ ਬੁੱਧੀ ਤੇ, ਜਿਹੜੀ ਤੇਰੀ ਮੱਤ ਹੈ, ਤੇਰੀ ਜਿਹੜੀ ਅਕਲ ਹੈ, ਜਦੋਂ ਇਹ ਪਾਪਾਂ ਨਾਲ ਮਲੀਨ ਹੋ ਜਾਵੇ, ਗੰਦੀ ਹੋ ਜਾਵੇ, ਮੈਲੀ ਹੋ ਜਾਵੇ। ਮੈਂ ਬਾਰ-ਬਾਰ ਇਹ ਗੱਲਾਂ ਕਹਿੰਦਾ ਜੀ, ਜਿਹੜੇ ਗਿਆਨ ਅੰਦਰੇ ਸਾਨੂੰ ਬਖਸ਼ੇ ਨੇ, ਅੱਖਾਂ ਜਿਹੜੀਆਂ ਨੇ ਦੇਖਦੀਆਂ ਨੇ, ਮਨ ਵਿੱਚ ਬੁਰੇ ਖਿਆਲ ਆਉਂਦੇ ਨੇ ਜਦੋਂ ਪਰਾਇਆ ਰੂਪ ਤੱਕਦੀਆਂ ਨੇ, ਕੰਨ ਨਿੰਦਿਆ ਸੁਣਦੇ ਨੇ, ਪੈਰ ਗਲਤ ਪਾਸੇ ਜਾਂਦੇ ਨੇ, ਇਹ ਫਿਰ ਇਹ ਕੀ ਨੇ? ਵਿਕਾਰ ਨੇ। ਤੇ ਇੱਥੇ ਸਾਹਿਬ ਕਹਿਣ ਲੱਗੇ ਆਹੀ ਚੀਜ਼ਾਂ ਜਦੋਂ ਤੇਰੀ ਬੁੱਧੀ ਪਾਪਾਂ ਨਾਲ ਮਲੀਨ ਹੋ ਜਾਵੇ, ਸਾਹਿਬ ਕਹਿਣ ਲੱਗੇ ਉਹਨੂੰ ਇੱਕੋ ਇੱਕ ਤਰੀਕਾ ਹੀ ਧੋਣ ਦਾ, ਉਹ ਧੋਪੈ ਨਾਵਾਂ ਕੇ ਰੰਗ। ਅਕਾਲ ਪੁਰਖ ਦੇ ਨਾਮ ਪਿਆਰ ਕਰਨ ਨਾਲ ਹੀ ਧੋਤਾ ਜਾ ਸਕਦਾ। ਭਾਵ ਜੋ ਉਪਦੇਸ਼ ਗੁਰਬਾਣੀ ਨੇ ਦਿੱਤਾ, ਉਸ ਉਪਦੇਸ਼ ਨੂੰ ਕਮਾ ਕੇ, ਨਾਮ ਦਾ ਭਾਵ ਕਿ ਉਹਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਕੇ, ਜੋ ਗੁਰੂ ਕਹਿੰਦਾ ਉਸ ਅਨੁਸਾਰੀ ਹੋ ਕੇ ਹੀ ਇਹ ਜਿਹੜੀ ਮੱਤ ਆ ਨਾ, ਇਹ ਸਾਫ਼ ਹੋ ਸਕਦੀ ਹੈ, ਪਵਿੱਤਰ ਹੋ ਸਕਦੀ। ਹੋਰ ਕੋਈ ਢੰਗ ਤਰੀਕਾ ਨਹੀਂ ਆ। ਪੁੰਨੀ ਪਾਪੀ ਆਖਣ ਨਾ, ਇੱਥੇ ਹੁਣ ਚੇਤੇ ਰੱਖਿਓ, ਕਹਿਣ ਲੱਗੇ ਪੁੰਨੀ ਜਾਂ ਪਾਪੀ ਮੇਰੇ ਨਾਮ ਦੇ ਨਾਂ ਨਹੀਂ ਹੈ। ਕਿਸੇ ਨੂੰ ਕਹਿ ਦਈਏ ਬੜਾ ਪਾਪੀ ਹੈ ਜੀ, ਉਹ ਬੜਾ ਦਾਨ ਪੁੰਨ ਕਰਨ ਵਾਲਾ, ਕਹਿਣ ਲੱਗੇ ਚੇਤੇ ਰੱਖਿਓ ਕਰ ਕਰ ਕਰਨਾ ਲਿਖ ਲੈ ਜਾ। ਕਹਿਣ ਲੱਗੇ ਜਿਹੋ ਜਿਹਾ ਮਨੁੱਖ ਕਰਮ ਕਰੇਗਾ ਨਾ, ਜਿਹੋ ਜਿਹੇ ਸੰਸਕਾਰ ਆਪਣੇ ਅੰਦਰ, ਉਹ ਕਹਿਣ ਲੱਗੇ ਉੱਕਰ ਕੇ ਨਾਲ ਲੈ ਜਾਏਗਾ। ਜਿਹੋ ਜਿਹਾ ਕਰਮ ਕਰੇਗਾ ਨਾ, ਪੁੰਨੀ ਪਾਪੀ ਕਹਿਣ ਦੀਆਂ ਗੱਲਾਂ ਨਹੀਂ ਆ, ਕਹਿਣ ਲੱਗੇ ਜਿਹੋ ਜਿਹਾ ਕਰਮ ਕਰੇਗਾ ਨਾ, ਉਹੋ ਜਿਹਾ ਹੀ ਉਹਨੂੰ ਉਹਦਾ ਫਲ ਮਿਲੇਗਾ। ਆਪੇ ਬੀਜ ਆਪੇ ਹੀ ਖਾ, ਜੋ ਕੁਝ ਕਹਿਣ ਲੱਗੇ ਤੂੰ ਬੀਜੇਗਾ ਉਸ ਦਾ ਫਲ ਹੀ ਖਾਣਾ ਪਵੇਗਾ। ਇਹ ਬੜਾ ਸਪਸ਼ਟ ਬਾਣੀ ਦਾ ਸਾਡੇ ਲਈ। ਅਸੀਂ ਜੋ ਮਰਜ਼ੀ ਠੱਗੀਆਂ ਮਾਰੀ ਜਾਈਏ, ਬੇਈਮਾਨੀਆਂ ਕਰੀ ਜਾਈਏ, ਧੋਖਾ ਕਰੀ ਜਾਈਏ, ਬੇਈਮਾਨੀ ਦਾ ਪੈਸਾ ਆਪਣੇ ਘਰੇ ਲਈਏ, ਇੱਕ ਕੌਣ ਦੇਖਦਾ? ਪਰ ਸਾਹਿਬ ਕਹਿਣ ਲੱਗੇ ਚੇਤੇ ਰੱਖੀ ਜੋ ਕੁਝ ਤੂੰ ਬੀਜਿਆ ਨਾ, ਉਹ ਤੈਨੂੰ ਖਾਣਾ ਪੈਣਾ। ਆਪੇ ਬੀਜ ਆਪੇ ਹੀ ਖਾ। ਫਿਰ ਉਲਾਮੇ ਨਾ ਦੇਈਂ ਕਿਸੇ ਨੂੰ। ਜਦੋਂ ਦੁੱਖ ਮਿਲਣਾ ਨਾ, ਉਦੋਂ ਫਿਰ ਆਹੀ ਚੀਜ਼ ਚੇਤੇ ਰੱਖੀ ਕਿ ਜੋ ਤੂੰ ਬੀਜਿਆ ਸੀ ਉਹ ਤੈਨੂੰ ਖਾਣਾ ਪੈ ਗਿਆ। ਨਾਨਕ ਹੁਕਮੇ ਆਵੇ ਜਾ। ਕਹਿਣ ਲੱਗੇ ਇਹ ਸੰਸਾਰ ਕਾਲ ਪੁਰਖ ਦੇ ਹੁਕਮ ਵਿੱਚ ਜਨਮ ਮਰਨ ਦੇ ਗੇੜ ਵਿੱਚ ਪਿਆ ਰਹੇਗਾ। ਸੋ ਆ ਸੀ ਜੀ 3 ਪੌੜੀਆਂ ਅਗਲੀਆਂ ਦੀ ਵਿਚਾਰ ਤੁਸ਼ ਬੁੱਧੀ ਨਾਲ। ਮੈਂ ਫਿਰ ਕਹਿ ਰਿਹਾ ਦਾਵਾ ਨਹੀਂ ਆ, ਇਹ ਦਾਵਾ ਨਹੀਂ ਆ। ਬਹੁਤ ਗਿਆਨਵਾਨ ਲੋਕ ਨੇ ਜਿਹੜੇ ਇਸ ਤੋਂ ਵੀ ਵੱਧ ਇਹਦੀ ਵਿਚਾਰ ਜਿਹੜੀ ਉਹਨਾਂ ਨੂੰ ਉਹ ਕਰ ਸਕਦੇ ਨੇ। ਜ਼ਰੂਰ ਦੁਨੀਆ ਨੂੰ ਕੁਛ ਦੋ, ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਜ਼ਰੂਰ ਅੱਗੇ ਆਓ। ਸੋ ਬੱਚਿਓ ਬਹੁਤ ਅੱਛਾ ਲੱਗਾ। ਹੁਣ ਅਖੀਰ ਵਿੱਚ ਥੋੜਾ ਆਪਣਾ ਮੈਸੇਜ ਜਿਹੜਾ, ਸੰਧਿਆ ਕੌਰ ਬੈਲਜੀਅਮ ਤੋਂ ਬੇਟੇ, ਕਿਵੇਂ ਤੁਹਾਨੂੰ ਪ੍ਰੋਗਰਾਮ ਲੱਗਾ ਤੇ ਕੀ ਸੁਨੇਹਾ ਦੇਣਾ ਚਾਹੋਗੇ? वो वाणी को इंसान के साथ जुड़ने लग जाता है। तो मैं ये कहना चाहूँगी कि सबको पाठ पढ़ना चाहिए। ਠੀਕ ਹੈ ਬੇਟੇ, ਬਹੁਤ ਵਧੀਆ। ਅੱਗੇ ਅਨਮੋਲ ਪ੍ਰੀਤ ਕੌਰ ਜਰਮਨੀ ਤੋਂ ਬੇਟੇ, ਕੀ ਕਹਿਣਾ ਚਾਹੋਗੇ? ਮੈਨੂੰ ਆ ਪ੍ਰੋਗਰਾਮ ਬੜਾ ਵਧੀਆ ਲੱਗਾ ਵੇ। ਮੈਂ ਅੰਕਲ ਜੀ ਦਾ ਧੰਨਵਾਦ ਕਰਨੀ ਆ ਜਿਨ੍ਹਾਂ ਨੇ ਸਾਨੂੰ ਅੱਜ ਜਪਜੀ ਸਾਹਿਬ ਜੀ ਦੇ ਅਰਥ ਦੱਸੇ ਸਨ। ਮੈਨੂੰ ਜਪਜੀ ਸਾਹਿਬ ਜੀ ਦੇ ਅਰਥ ਪਹਿਲਾਂ ਨਹੀਂ ਪਤਾ ਸੀਗੇ। ਫਿਰ ਮੈਂ ਸਿੱਖ ਐਜੂਕੇਸ਼ਨ ਬੈਲਜੀਅਮ ਦਾ ਵੀ ਧੰਨਵਾਦ ਕਰਨੀ ਆ ਜਿਨ੍ਹਾਂ ਨੇ ਮੈਨੂੰ ਗੁਰਮੁਖੀ ਦੇ ਨਾਲ ਜੋੜਿਆ ਅਤੇ ਮਾਂ ਬੋਲੀ ਦੇ ਨਾਲ ਜੋੜਿਆ। ਬਹੁਤ ਖੂਬ ਬੇਟੇ, ਬਹੁਤ ਵਧੀਆ। ਸ਼ਗਨਦੀਪ ਕੌਰ ਇਟਲੀ ਤੋਂ ਬੇਟੇ, ਕੀ ਸੁਨੇਹਾ ਤੁਹਾਡਾ? ਪ੍ਰੋਗਰਾਮ ਕਿਵੇਂ ਲੱਗਾ? ਮੈਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਾ। ਮੈਂ ਧੰਨਵਾਦ ਕਰਦੀ ਹਾਂ ਸਿੱਖ ਐਜੂਕੇਸ਼ਨ ਬੈਲਜੀਅਮ ਦਾ, ਅੰਕ ਜੀ ਤੁਹਾਡਾ ਜਿਨ੍ਹਾਂ ਨੇ ਮੈਨੂੰ ਏਡੇ ਵੱਡੇ ਪਲੇਟਫਾਰਮ ਤੇ ਆਉਣ ਦਾ ਮੌਕਾ ਦਿੱਤਾ, ਤੇ ਹਰਪ੍ਰੀਤ ਮੈਡਮ ਜੀ ਦਾ ਜਿਨ੍ਹਾਂ ਨੇ ਮੈਨੂੰ ਆਪਣੀ ਮਾਂ ਬੋਲੀ ਨਾਲ ਜੋੜਿਆ। ਬਹੁਤ ਵਧੀਆ ਜੀ। ਇਹ ਬੱਚੀਆਂ ਜਿਨ੍ਹਾਂ ਨੇ ਅੱਜ ਪਾਰਟਿਸਿਪੇਟ ਕੀਤਾ ਹੈ, ਵੱਖ-ਵੱਖ ਦੇਸ਼ਾਂ ਵਿੱਚ ਤੁਹਾਨੂੰ ਸੁਣਿਆ ਜਾਣਾ ਜੀ। ਸੰਗਤ ਜੀ ਜ਼ਰੂਰ ਫੀਡਬੈਕ ਦਿਆ ਕਰੋ।
ਇਹ ਬੱਚਿਆਂ ਦੀ ਹੌਸਲਾ ਅਫਜ਼ਾਈ ਹੈ। ਵੱਖ-ਵੱਖ ਦੇਸ਼ਾਂ ਤੋਂ ਅਸੀਂ ਬੱਚੇ ਲੈ ਕੇ ਆਉਂਦੇ ਹਾਂ ਤਾਂ ਕਿ ਗੁਰਬਾਣੀ ਇਹਨਾਂ ਨੂੰ ਯਾਦ ਪੜ੍ਹਨ ਦੀ ਲਗਨ ਲੱਗ ਜਾਵੇ। ਆਹੀ ਸਾਡਾ ਇੱਕ ਸੁਨੇਹਾ ਹੈ, ਕਿਉਂਕਿ ਧਾਰਮਿਕ ਸਥਾਨਾਂ ਤੇ ਬਹੁਤ ਸਾਰੇ ਬੱਚਿਆਂ ਨੂੰ ਬਹੁਤਾ ਸਮਾਂ ਨਹੀਂ ਮਿਲਦਾ ਆਪਣੀ ਗੱਲ ਕਰਨ ਦਾ, ਪਾਠ ਪੜ੍ਹਨ ਦਾ, ਕੀਰਤਨ ਕਰਨ ਦਾ। ਸੋ ਖੁੱਲ੍ਹ ਕੇ ਇੱਥੇ ਵਿਚਾਰਾਂ ਅਸੀਂ ਕਰ ਸਕਦੇ ਹਾਂ। ਇਹ ਸਿਰਫ ਬਾਣੀ ਦੀ ਵਿਚਾਰ ਕਰ ਰਹੇ ਹਾਂ, ਉਸ ਤੋਂ ਬਾਅਦ ਇਹਨਾਂ ਨਾਲ ਗੱਲਾਂ ਬਾਤਾਂ ਵੀ ਅਸੀਂ ਬਾਅਦ ਦੇ ਪ੍ਰੋਗਰਾਮ ਵਿੱਚ ਕਰਾਂਗੇ। ਇਹਨਾਂ ਦੀਆਂ ਮਨ ਦੀਆਂ ਗੱਲਾਂ, ਕੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਕੀ ਘਾਟਾਂ ਨੇ, ਕਿਵੇਂ ਉਹਨੂੰ ਬਦਲਿਆ ਜਾ ਸਕਦਾ, ਕਿਵੇਂ ਇਸ ਸਮੇਂ ਦੇ ਵਿੱਚ ਰਹਿ ਕੇ ਸਿੱਖੀ ਦੀ ਇਸ ਸਪਿਰਿਟ ਨੂੰ, ਸਿੱਖੀ ਦੀ ਇਸ ਵਿਚਾਰਧਾਰਾ ਨੂੰ ਦੂਜਿਆਂ ਤੱਕ ਕਿਵੇਂ ਪਹੁੰਚਾਇਆ ਜਾ ਸਕਦਾ, ਇਹ ਗੱਲਾਂ ਬਾਤਾਂ ਆਉਣ ਵਾਲੇ ਪ੍ਰੋਗਰਾਮ ਵਿੱਚ ਕਰਾਂਗੇ। ਸੋ ਬੱਚੇ, ਬਹੁਤ ਬਹੁਤ ਤੁਹਾਡਾ ਧੰਨਵਾਦ। ਇੱਥੇ ਹੀ ਖਿਮਾ ਦੇ ਜਾਚਕ ਹਾਂ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ।